ਮੁਤਲਕਾ SHO ਹੈ ਨਾ ਉਹ ਵਕਤੀ ਤੌਰ ਤੇ ਸਾਨੂੰ ਪੂਰਾ ਗਾਈਡ ਕਰਨ ਡਿਆ ਕਿ ਮਤਲਬ मैं ਤੁਹਾਡੇ ਨਾਲ फुल तामन ਕਰਨ ਡਿਆ ਵਾਂ कि अगर बेटियां अपने घरों में रखने की इजाज़त होती थी या बाप अपने सीने से कभी भी अपनी बेटी को जुदा ना करता। ऐसे दरिंदों के लिए जो बेटियों के साथ ऐसा जुल्म और सितम की दास्तान रकम करते हैं, क्या इनके लिए कोई अलग से फोर्स नहीं बनाई जाएगी? ਮਤਲਬ ਇਹ ਹੀ ਹੋਏਗਾ ਕਿ ਅਸੀਂ ਬੱਚੇ ਲੈ ਕੇ ਦੂਜੇ ਵੀ ਰੋਡ ਤੇ ਚਲੇ ਜਾਵਾਂਗੇ, ਇੱਥੇ ਸਿਰ ਚੁੱਕ ਕੇ ਨਹੀਂ ਜੀ ਸਕਦੇ ਤੇ ਮਾਰ ਕੇ ਕਵਰ 'ਚ ਤੇ ਜੀਵਾਂਗੇ ਨਾ। ਉਹਨਾਂ ਦੇ ਵਿੱਚੋਂ ਕੋਈ ਨਾ ਆਇਆ ਮਗਰ ਪੁੱਛਣ ਗਿੱਛਣ ਵਾਸਤੇ? ਕੋਈ ਵੀ ਨਹੀਂ ਆਇਆ ਭਾਈ, ਸਾਰੇ ਗਾਇਬ। ਸਾਰੇ ਗਾਇਬ। ਇੱਕ ਮੁੰਡਾ ਗ੍ਰਿਫਤਾਰ ਹੋਇਆ, ਬਕਾਇਆ ਫੜਦੇ ਨਹੀਂ ਪਏ, ਉਹ ਨਾਗਲੇ ਦਾ ਗਾਇਬ ਨੇ ਆਈਏ। ਉਹ ਜੀ ਅਸੀਂ ਤੁਸੀਂ ਜਦੋਂ ਤੁਸੀਂ ਪੁੱਛ ਲਈਏ ਤੇ ਉਹ ਆਂਦੇ ਨੇ ਇੱਕ ਅਸਰਮ ਮੁਜਰਮ ਤੇ ਅਸੀਂ ਫੜੇ ਹੀ ਨਾ। ਤੁਸੀਂ ਦੇਖੋ, ਤੁਸੀਂ ਜਦੋਂ ਵਾਕਿਆ ਸਾਰਾ ਹੋ ਗਿਆ ਤੁਹਾਡੇ ਨਾਲ, ਤੁਸੀਂ ਆਪਣੀ ਬੇਟੀ ਦੀ ਤਦਫੀਨ ਵਗੈਰਾ ਵੀ ਕਰਨ ਤੋਂ ਪਹਿਲੇ ਤੇ ਉਹ FIR ਕਰਵਾਈ ਜਾ ਕੇ ਉਹਨਾਂ ਦੇ ਉੱਤੇ, ਪੁਲਿਸ ਦਾ ਤੁਹਾਡਾ ਰਵੱਈਆ ਕੈਸਾ ਸੀ? ਪੁਲਿਸ ਦਾ ਜਿਹੜਾ ਮੁਤਲਕਾ SHO ਹੈ ਨਾ ਉਹ ਵਕਤੀ ਤੌਰ ਤੇ ਸਾਨੂੰ ਪੂਰਾ ਗਾਈਡ ਕਰਨ ਡਿਆ ਕਿ ਮਤਲਬ ਮੈਂ ਤੁਹਾਡੇ ਨਾਲ ਫੁੱਲ ਤਾਮਨ ਕਰਨ ਡਿਆ ਵਾਂ ਤੇ ਤਾਮਨ ਤੇ ਤਾਂ ਹੀ ਹੈ ਸਰ ਜੇ ਸਾਡੇ ਸਾਰੇ ਮੁਜਰਮ ਫੜ ਕੇ ਪੇਸ਼ ਕਰੇ ਤੇ ਉਹ ਇੱਕ ਮੁਜਰਮ ਫੜਿਆ, ਦੂਜੇ ਫੜਨਗੇ ਤੇ ਫਿਰ ਸਾਨੂੰ ਪਤਾ ਲੱਗੇਗਾ ਸਾਡੇ ਨਾਲ ਤਾਮਨ ਹੋਣ ਡਿਆ। ਹਲੇ ਤੱਕ ਸਿਰਫ ਇੱਕ ਮੁਲਜ਼ਮ ਫੜਿਆ, ਉਹਨਾਂ ਕਿੰਨੇ ਤੁਸੀਂ ਮੁਲਜ਼ਮ ਨਾਮਜ਼ਦ ਕੀਤੇ ਨੇ? 4 ਨਾਮਜ਼ਦ ਕੀਤੇ ਨੇ। ਅੱਛਾ, 4 ਨਾਮਜ਼ਦ ਕੀਤੇ ਨੇ, ਇੱਕੋ ਹੀ ਫੜਿਆ ਗਿਆ ਹਲੇ, ਹੋਰ ਕੋਈ ਵੀ ਨਹੀਂ ਫੜਿਆ? ਹੋਰ ਕੋਈ ਨਹੀਂ ਫੜਿਆ ਜੀ। ਤੇ ਦੂਸਰਾ ਹੁਣ ਤੁਸੀਂ ਕੀ ਕਹਿਣਾ ਚਾਹੋਗੇ, ਕਿਹਦੇ ਅੱਗੇ ਅਪੀਲ ਕਰਨਾ ਚਾਹੋਗੇ ਤੁਸੀਂ? ਅਸੀਂ ਜੀ ਮਰੀਮ ਨਵਾਜ਼ ਅੱਗੇ ਅਪੀਲ ਕਰਨੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਅਸੀਂ ਮਾੜੇ ਲੋਕ ਆ, ਅਸੀਂ ਲੜ ਝਗੜ ਨਹੀਂ ਸਕਦੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜੇ ਇਨਸਾਫ ਨਾ ਦਿੱਤਾ ਗਿਆ ਤੇ ਮੈਂ ਆਪਣੇ ਦੂਜੇ ਬੱਚੇ ਵੀ ਲੈ ਕੇ ਤੇ ਰੋਡ ਤੇ ਚੜ ਜਾਣਾ। ਹਾਂਜੀ, ਰੋਡ ਬਲਾਕ ਵੀ ਕੀਤਾ ਸੀ ਤੁਸੀਂ? ਹਾਂਜੀ, ਰੋਡ ਜੀ ਕਿਸ ਤਰ੍ਹਾਂ ਖਲਵਾਇਆ ਫਿਰ ਇਹਨਾਂ ਰੋਡ ਤੁਹਾਡੇ ਕੋਲ? ਇਹ ਸਰ ਨਾ ਕੋਈ ਪੁਲਿਸ ਆਈ, ਕੋਈ ਵੀ ਨਹੀਂ ਆਇਆ ਉੱਥੇ। ਅਸੀਂ ਕੋਈ ਅੱਧਾ ਘੰਟਾ ਬੈਠੇ ਰਹੇ। ਬੱਚੀ ਦੀ ਹਾਲਤ ਹੋ ਜਾਂਦੀ, ਤੁਹਾਨੂੰ ਪਤਾ ਬਾਈਪਾਸ ਹੋਇਆ ਤੇ ਉਹ ਫਿਰ ਅਸੀਂ ਗਰਮੀ ਸੀ, ਅਸੀਂ ਲੈ ਕੇ ਘਰ ਆ ਗਏ। ਅੱਛਾ, ਇਹ ਤੁਹਾਡੀ ਬੱਚੀ ਦਾ ਇੱਥੇ ਰਿਸ਼ਤਾ ਹੋਇਆ, ਇਹ ਕੋਈ ਆਪਣੇ ਸਨ ਜਾਂ ਓਬੜ ਸਨ? ਨਹੀਂ, ਓਬੜ ਸੀ। ਕਿਸ ਤਰ੍ਹਾਂ ਰਿਸ਼ਤਾ ਹੋ ਗਿਆ? ਇਹ ਰਿਸ਼ਤਾ ਇੱਕ ਬੰਦਾ ਸੀ ਵਿੱਚ, ਉਹਨਾਂ ਦੇ ਵੀ ਜਾਣਨ ਵਾਲਾ, ਸਾਡੇ ਵੀ ਉਹਨੇ ਕਰਾਇਆ। ਸਾਲ ਪੂਰਾ ਮੰਗਣੀ ਰਹੀ, ਇੱਕ ਦੂਜੇ ਨੂੰ ਵਹਿੰਦੇ ਵਾਹੰਦੇ ਰਹੇ। ਕਦੀ ਨਹੀਂ ਪਤਾ ਲੱਗਾ ਕਿ ਐਡੇ ਲੋਕ ਜ਼ਾਲਮ? ਇਸ ਤਰ੍ਹਾਂ ਦਾ ਪਤਾ ਲੱਗਾ ਕਿ ਐਡੇ ਜ਼ਾਲਮ ਲੋਕ ਨੇ। ਹਾਂਜੀ, ਸਾਨੂੰ ਪਤਾ ਲੱਗ ਜਾਂਦਾ ਤੇ ਅਸੀਂ ਇਹਨਾਂ ਜ਼ਾਲਮਾਂ ਨੂੰ ਧੀ ਦੇਣੀ ਸੀ। ਹੀਰੇ ਵਰਗੀ ਧੀ ਸੀ ਤੁਹਾਡੀ। ਜਿਹੜੀ ਇਕਰਾ ਧੀ ਤੁਹਾਡੀ ਸੀ, ਇਹ ਤਾਂ ਰਵੱਈਆ ਤੁਹਾਡੇ ਘਰ ਦੇ ਵਿੱਚ ਜ਼ਾਹਰ ਹੈ ਕਿ 7 ਮਹੀਨੇ ਤਾਂ ਸਿਰਫ ਸ਼ਾਦੀ ਨੂੰ ਹਲੇ ਹੋਈ ਸੀ। ਕਿਸ ਤਰ੍ਹਾਂ ਦਾ ਸੀ ਤੁਹਾਡੇ ਨਾਲ? ਇਹਦਾ ਰਵੱਈਆ ਬਹੁਤ ਅੱਛਾ ਸੀ। ਇਸ ਬੱਚੀ ਦੀ ਹਰ ਕੋਈ ਸਿਫਤ ਕਰਦਾ। ਮਤਲਬ ਇਹ ਨਹੀਂ ਬੱਚੀਆਂ ਨੂੰ ਇਜਾਜ਼ਤ ਨਹੀਂ ਕਿ ਬੂਹੇ ਬਾਹਰ ਪੈਰ ਪਾਈਆਂ ਜਾਂ ਲੋਕ ਬੂਹੇ ਝਾਤੀ ਮਾਰ ਜਾਣ, ਇਹ ਨਹੀਂ ਕੋਈ ਤਰਬੀਅਤ। ਟੋਟਲ ਕਿੰਨੇ ਬੱਚੇ ਨੇ ਤੁਹਾਡੇ? ਮੇਰੇ ਮਾਸ਼ਾਅੱਲਾ 7 ਜੀ, 4 ਬੱਚੀਆਂ 3 ਬੱਚੇ। ਅੱਛਾ, ਤੇ ਇਕਰਾ ਦਾ ਕਿੰਨਵਾਂ ਨੰਬਰ ਸੀ? ਇਕਰਾ ਤੀਜੇ ਨੰਬਰ ਤੇ। ਅੱਛਾ, ਤੀਸਰਾ ਨੰਬਰ। ਹਾਂਜੀ, ਬਾਕੀ ਬੱਚੇ ਵਿਆਹੇ ਨੇ? ਹਾਂਜੀ, 2 ਉਸ ਤੋਂ ਵੱਡੀਆਂ ਵਿਆਹੀਆਂ ਨੇ। ਇਕਰਾ ਤੀਸਰੇ ਨੰਬਰ ਤੇ ਵੀ ਵਿਆਹਤੀ, ਉਸ ਤੋਂ ਛੋਟਾ ਭਾਈ ਵੀ ਵਿਆਹਤਾ। ਉਹ ਜਿਹੜੇ ਲੋਕ ਨੇ ਕਿ ਉਹ ਵਾਹਵਾ ਬਾਸਰ ਨੇ? ਹਾਂਜੀ, ਉਹ ਰੁਪਈਏ ਪੈਸੇ ਵਾਲੇ ਲੋਕ ਨੇ। ਇਸੇ ਖੁਮਾਰੀ ਦੇ ਤੇ ਉਹਨਾਂ ਇਕਰਾ ਨੂੰ ਮਾਰਤਾ ਹੀ। ਅੱਛਾ, ਇਸੇ ਖੁਮਾਰੀ ਦੇ ਕਿ ਅਸੀਂ ਰੁਪਈਏ ਲਾ ਕੇ ਤੇ ਅਸੀਂ ਛੁੱਟ ਜਾਵਾਂਗੇ। ਇਹਦੇ ਨਾਲ ਕਿੰਨੇ ਟੁਰਨਾ ਮਾੜਾ ਹੀ ਹੈ ਬੰਦਾ। ਹਾਂਜੀ, ਇਸੇ ਆਪਣਾ ਪਾਕਿਸਤਾਨ ਦੇ ਵਿੱਚ ਪੈਸੇ ਪੂਸੇ ਦੇ ਕੇ ਇਸ ਤਰ੍ਹਾਂ ਦਾ ਐਡਾ ਵੱਡਾ ਜ਼ੁਲਮ ਕਰਕੇ ਬੰਦਾ ਛੁੱਟ ਸਕਦਾ ਹੈ? ਸਾਰੇ ਇਹ ਤੇ ਹੁਣ ਉਹਨਾਂ ਦਰਿੰਦਿਆਂ ਦਾ ਦੇਣ ਹੈ ਨਾ। ਅਸੀਂ ਤੇ ਇਨਸਾਫ ਮੰਗਣ ਦੇ ਆ, ਜੇ ਸਾਨੂੰ ਕੋਈ ਦਵੇਗਾ ਤੇ ਅਸੀਂ ਫਿਰ ਜੱਜਮੈਂਟ ਕਰਾਂਗੇ ਕਿ ਨਹੀਂ ਫਿਰ ਸਕਦਾ। ਜੇ ਨਾ ਮਿਲਿਆ ਤੇ ਫਿਰ ਤੇ ਅਸੀਂ ਕਵਾਂਗੇ ਕਿ ਰੁਪਈਏ ਦੇ ਮੁਲਕ ਚੱਲਦਾ ਸਾਡਾ। ਇਹ ਮਤਲਬ ਅਗਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਤੇ ਫਿਰ ਤੁਹਾਡਾ ਲਾਇਆ ਅਮਲ ਕੀ ਹੋਏਗਾ, ਕੀ ਕਰੋਗੇ? ਫਿਰ ਸਾਡਾ ਲਾਇਆ ਅਮਲ ਇਹ ਹੀ ਹੋਏਗਾ ਕਿ ਅਸੀਂ ਬੱਚੇ ਲੈ ਕੇ ਦੂਜੇ ਵੀ ਰੋਡ ਤੇ ਚਲੇ ਜਾਵਾਂਗੇ, ਇੱਥੇ ਸਿਰ ਚੁੱਕ ਕੇ ਨਹੀਂ ਜੀ ਸਕਦੇ ਤੇ ਮਾਰ ਕੇ ਕਵਰ 'ਚ ਤੇ ਜੀਵਾਂਗੇ ਨਾ ਕਿਸੇ ਗੱਡੀ ਥੱਲੇ। नाज़रीन, ये एक दुखी वालिद की कहानी है कि अगर वो उसका कहना है कि अगर मुझे इंसाफ ना मिला तो मैं रोड के ऊपर चला जाऊंगा और बच्चों को साथ लेके खुद सोजी भी कर लूँगा कि अगर यहाँ पर हम सर उठा के जी नहीं सकते तो सर झुका के मर तो सकते हैं। ये लम्हा फ़िक्रिया है हमारे मुल्क पाकिस्तान की कानून का और हमारी अदालतों का। ये सारी रुदात थी जो अपने एक दुखी वालिद ने सुनाई है। मैं यहाँ पर वज़ीर आला पंजाब मरियम नवाज़ साहब आपसे कहूँगा कि हम हमेशा आपने कहा कि ख़वातीन मेरी रेड लाइन है। ये आपकी रेड लाइन को इस कदर रेड किया गया कि वो बेटी जो इतनी खूबसूरत नौजवान 20 साल जो इकरा थी उसका पहचानना मुश्किल हो गया कि वो पहचान भी नहीं उसकी ख़त्म हो चुकी थी। किस कदर उसके साथ जुल्म और सितम के पहाड़ डाए गए। ये ससुरालियों के ख़िलाफ़ जैसा कि अभी चोरों ने, बदमाशों ने हमारे मुल्क में शरीफ शहरियों का जीना हराम किया हुआ था, उनके लिए एक नया डिपार्टमेंट बना दिया गया जिसे CCD का नाम भी दिया गया।
کیا ایسے درندوں کے لیے جو بیٹیوں کے ساتھ ایسا ظلم اور ستم کی داستان رقم کرتے ہیں، کیا ان کے لیے کوئی الگ سے فورس نہیں بنائی جائے گی؟ کیا جب راتوں رات آپ لوگوں کے رات کے اندھیرے میں آپ اپنے مفاد کے لیے قوانین پاس کروا لیتے ہیں، کیا دن کے اجالے میں ان بیٹیوں کے لیے کوئی ایسا قانون پاس نہیں ہوگا کہ ایسے لوگوں کو نشان عبرت بنایا جائے تاکہ دوسرے لوگ جو سوچیں ایسا ظلم کرنے کے، وہ کبھی سوچ بھی نہ سکیں کہ ہم نے کسی کی بیٹی کے ساتھ ایسا ظلم کرنا ہے؟ اگر ہم ظلم کریں گے تو جیسے آج کل سی سی ڈی مقابلہ میں اپنے ہی ساتھیوں کی فائرنگ کے ساتھ اس دنیا فانی سے رخصت ہوتے جا رہے ہیں اور جرائم کا خاتمہ ہوتا جا رہا ہے، یہ بڑی خوشائند بات ہے۔ اور ان لوگوں کے لیے بھی ایسا قانون ضرور پاس کروائیں۔ یہ ملک پاکستان میں کوئی ایسا پہلا واقعہ نہیں ہے، ڈیروں سینکڑوں لا تعداد ایسے واقعات ایسے ہوئے ہیں کہ جو ہنستی کھیلتی ہوئی جو چڑیا اس گھر سے سسرالیوں میں جاتی ہے اور وہاں پہ اس کا شکار کر دیا جاتا ہے، اس کو بے دردی کے ساتھ بے رحمی کے ساتھ مار دیا جاتا ہے اسے، اور کسی کی گردن کاٹ کے اس کے ٹکڑے کر دیے جاتے ہیں، کسی کے اوپر تیل چھڑک کے اس کو آگ لگا دی جاتی ہے، اور کسی کے سر میں ایسے کیل ٹھوک دیے جاتے ہیں، اس کو تیز دھار آلوں کے ساتھ اتنا ظلم کر دیا جاتا ہے۔ کیا بیٹیاں اتنی لاوارث ہوتی ہیں؟ یہ وہی بیٹیاں ہیں جب بیٹی آتی تھی تو سرور کائنات حضور پاک صلی اللہ علیہ وسلم اپنی کالی کملی اس بیٹی کے قدموں میں بچھا دیتے تھے۔ اس لیے بیٹیاں پیدا کی جاتی ہیں کہ ان کو موت کے گھاٹ اتار دیا جائے، اس لیے دی جاتی ہیں کہ اگر بیٹیاں اپنے گھروں میں رکھنے کی اجازت ہوتی تھی، یہ باپ اپنے سینے سے کبھی بھی اپنی بیٹی کو جدا نہ کرتا، ان ظالموں کے کبھی حوالے نہ کرتا، مگر یہ دستور ہے میرے معاشرے کا کہ ہمیشہ بیٹیوں کو رخصت ہو کے اس گھر سے جانا پڑتا ہے، بیاہ کے وہاں پہ جانا پڑتا ہے۔ جو یہاں کی بیٹی ہوتی ہے، اس گھر کی رکھوالی ہوتی ہے، پھر دوسرے گھر میں جا کے اس نے ماں بننا ہوتا ہے، اس کے پاؤں میں جنت آنی ہوتی ہے۔ اس ظالموں نے اس جنت کو اجاڑ کے رکھ دیا۔ میں یہاں پہ گزارش کرنا چاہوں گا، کمنٹ سیکشن آپ لوگوں کے لیے کھلا ہوا ہے، شیئر اتنا زیادہ اس ویڈیو کو کیجئے کہ جتنے بھی ملزم نامزد ہیں، جتنے ملزمان نے اس اقرا بیٹی کے ساتھ ظلم کیا ہے، وہ اپنے انجام تک پہنچ جائیں، وہ اس قدر نشان عبرت بنے کہ دوسرے کبھی کسی بہو بیٹی کے ساتھ ایسا ظلم کرنے سے پہلے 100 بار سوچیں۔ اس کیس کے متعلق جتنے بھی حقائق ہوں گے آپ کے سامنے لے کے آئیں گے، پولیس سے بات کرنے کی بھی کوشش کریں گے کہ اس کیس کے متعلق کیا اپڈیٹ کر رہی ہے، پوچھیں گے، سوال بھی کریں گے۔ جب تک اس اقرا کو انصاف نہیں مل جاتا، ہم انشاءاللہ تعالی ان عدالتوں کا، ان قانون کا دروازہ کھٹکھٹاتے رہیں گے۔ ملتے ہیں اگلی ویڈیو میں، آپ اور ہم سب کا اللہ نگہبان۔